हाँ जी, जितों शुरू कर रहे पुत ਆਪਾਂ ਕੂਲਮਸ ਲਾਅ ਦਾ ਇੱਕ ਕੇਸ ਸੀਗਾ, ਥੋੜਾ ਜਿਹਾ ਜਲਦੀ ਜਲਦੀ ਕਰਾ ਦਾਂਗਾ ਟੌਪਿਕ। ਕੂਲਮਸ ਲਾਅ ਦੇ ਵਿੱਚ ਆਪਾਂ ਇੱਕ ਕੇਸ ਲਿੱਤਾ ਸੀਗਾ ਕਿ ਵੀ ਜੇ ਦੋ ਚਾਰਜ ਦੇ ਵਿੱਚ ਫੋਰਸਿਸ ਜਿਹੜੀਆਂ ਉਹ ਅਟਰੈਕਟਿਵ ਫੋਰਸਿਸ ਹੋਣ, ਠੀਕ ਹੈ। ਤੇ ਅਟਰੈਕਟਿਵ ਫੋਰਸਿਸ ਵੇਲੇ ਆਪਾਂ ਡਿਫਾਈਨ ਇਹ ਕੀਤਾ ਸੀਗਾ ਕਿ ਜਦੋਂ ਦੋ ਚਾਰਜ ਪਾਰਟੀਕਲ ਦੇ ਅਕ੍ਰੋਸ ਅਟਰੈਕਟਿਵ ਫੋਰਸਿਸ ਆ ਨਾ, ਤੇ ਐਰੋ ਹੈਡ ਫੋਰਸਿਸ ਦੇ ਜਿਹੜੇ ਨੇ ਉਹਨਾਂ ਦੀ ਡਾਇਰੈਕਸ਼ਨ ਚੇਂਜ ਹੁੰਦੀ ਆ। दो चार्ज गिवन आ, ठीक है जी, उन्हां दी पोजीशन R1 ते R2 गिवन आ, ठीक है। इन्हां दे अक्रॉस जेड़ा डिस्टेंस आ ओनू तुसी R कैप 1 2 दे नाल या R कैप 2 1 दे नाल रिप्रेजेंट करदे पे। आ पुत अट्रैक्टिव दा केस होवे, रिपल्सिव दा होवे, जो कीता हुण तक इन्ने पोर्शन च कोई चेंज नहीं आंदी। ये ऐसा ही इसे वे नाल ही अपने कोल सारा केस बनया रहंदा वा। फर्क इत्थे सीगा कि जदों तुसी अट्रैक्टिव फोर्सेस दिखाने हो, ए चार्ज नू बी चार्ज ने अपने वाल अट्रैक्ट करना। इहदा मतलब जेडी फोर्स ए चार्ज दे अक्रॉस बी एक्सर्ट करेगा, ओदी डायरेक्शन जेडी होएगी वो टुवर्ड्स बी होएगी, क्योंकि बी इहनू खिंचदा पिया वा बेटा। ते जे बी इस चार्ज नू अपने वाल खिंचदा पिया ते इहदा मतलब जेडी फोर्स चार्ज 1 दे उत्ते लगी, जेडी फोर्स चार्ज 1 दे उत्ते लगी मेरे कोल, ठीक है जी, बाय द चार्ज 2 जिन्हों सी नाम दिता सी फोर्स एक्टिंग ऑन Q1 बाय Q2, इहदी डायरेक्शन A तो B वाल आएगी। क्या आ गल समझ लगी स्नेहा? यस सर। ठीक है। और दूजे पासे पुत जेडी R कैप 1 2 दी डायरेक्शन है ए भी A तो B वाल आ। इहदा मतलब जे मैं F12 दी वैल्यू लिखनी होवे, F12 डिफाइन करना होवे K Q1 Q2 ओवर R स्क्वायर इनटू R कैप, और R कैप वही लवांगे जेड़ा F12 दी डायरेक्शन च, ते F12 दी डायरेक्शन वाल नू R कैप 12 आ रहा बेटे, इसलिए इस थां ते जे लगावा ते R कैप 12 इथे भी 12। क्या आज ही समझ आई जो लिखी आ? यस सर। ਤੇ ਜੇ ਪੁੱਤ ਆਪਣੇ ਕੋਲ ਇਹੀ ਕੇਸ ਅਟਰੈਕਸ਼ਨ ਦਾ ਨਾ ਹੋ ਕੇ ਰਿਪਲਸ਼ਨ ਦਾ ਹੁੰਦਾ, ਮੈਂ ਇੱਕੋ ਫੋਰਸ ਨਾਲ ਆਪਾਂ ਦੋਨਾਂ ਦਾ ਡਿਫਰੈਂਸ ਸਮਝ ਲਵਾਂਗੇ, ਠੀਕ ਹੈ। ਤੇ ਜਦੋਂ ਇਹੀ ਕੇਸ ਰਿਪਲਸ਼ਨ ਦਾ ਹੋਏਗਾ, ਮਤਲਬ ਇਹ ਹੋ ਗਿਆ ਕਿ A ਚਾਰਜ ਨੂੰ B ਚਾਰਜ ਨੇ ਫੋਰਸ ਤਾਂ B ਨੇ ਲਾਈ ਆ, ਭਾਵੇਂ ਆਪਣੇ ਨਾਲ ਖਿੱਚਣ ਦੀ ਲਗਾਈ, ਭਾਵੇਂ ਇਹਨੇ B ਨੇ A ਨੂੰ ਰਿਪੈਲ ਕਰਨ ਦੀ ਲਗਾਈ। ਹੁਣ ਜੇ B A ਨੂੰ ਰਿਪੈਲ ਕਰਦਾ ਪਿਆ, ਧੱਕਾ ਮਾਰਦਾ ਪਿਆ, ਤੇ ਉਹ ਆਊਟਵਰਡ ਫੋਰਸ ਲਗਾਏਗਾ ਬੇਟੇ। क्या आज ही समझ आई? यस सर। ਹੁਣ ਪੁੱਤ F12 ਦੀ ਡਾਇਰੈਕਸ਼ਨ ਚ R ਕੈਪ 12 ਨਹੀਂ ਆ ਰਿਹਾ, ਤੇ ਜਿਹੜਾ ਯੂਨਿਟ ਵੈਕਟਰ F12 ਦੀ ਡਾਇਰੈਕਸ਼ਨ ਚ ਇਸ ਵੇਲੇ ਆ ਰਿਹਾ ਉਹ ਮੇਰਾ R ਕੈਪ 21 ਆ ਜੋ। यस सर। ਇਸ ਲਈ ਜੇ ਇਹੀ ਕੰਡੀਸ਼ਨ ਆਪਾਂ ਰਿਪਲਸ਼ਨ ਚ ਲਿਖਣੀ ਆ, ਤੇ ਇੱਥੇ ਪੈਰ ਦੇ ਵਿੱਚ ਜਿਹੜਾ ਨੰਬਰ ਆ ਉਹ ਮੇਰੇ ਕੋਲ ਕਹਿੰਦਾ ਜੀ 21 ਦੇ ਨਾਲ ਆ ਬੇਟਾ ਡਿਫਰੈਂਸ ਆ ਅਟਰੈਕਟਿਵ ਤੇ ਰਿਪਲਸਿਵ ਦੇ ਅੰਦਰ। ਇਹ F12 ਲਈ ਡਿਫਾਈਨ ਕਰ ਦਈਏ, F21 ਲਈ ਕਰ ਲਈਏ, ਦੋਨਾਂ ਦੇ ਵਿੱਚ ਸੇਮ ਚੀਜ਼ ਇੱਥੇ ਚੱਲੇਗੀ। क्या यही डाउट सीगा क्या होर कुछ डाउट आ? आही डाउट सी सर। हो जाएगा? हाँ जी सर। करिए कंटिन्यू। यस सर। हाँ जी सर। होर किसी नु डायरेक्शन दा कोई डाउट है तो एक बार जरूर दस दो बेटे। नो सर। नो सर। डन। चलो नेक्स्ट अपने को, ठीक है, एक टॉपिक जो अपना स्किप होया वो भी नाल ही गल कर लेने, फिर बाद चो आपां अगले टॉपिक दी गल करांगे। एक टॉपिक सीगा अपने को जो अपना रह गया गोल्ड लीप इलेक्ट्रोस्कोप। गोल्ड लीप इलेक्ट्रोस्कोप, गोल्ड लीप इलेक्ट्रोस्कोप बेसिकली ਅਸੀਂ ਜੇ ਡਿਫਾਈਨ ਕਰੀਏ ਤਾਂ ਕਿਸ ਡਿਵਾਈਸ ਨੂੰ ਕਹਿੰਦੇ ਆ? ਕਹਿੰਦਾ ਜੀ ਇਟ ਇਜ਼ ਐਨ ਇਨਸਟਰੂਮੈਂਟ ਵਿਚ ਇਜ਼ ਆਲਵੇਜ਼ ਯੂਜ਼ਡ ਟੂ ਕੈਲਕੂਲੇਟ, ਕਹਿੰਦਾ ਜੀ polarity which is always used to calculate the polarity and strength of the electric charge present on a given body। ਕਿਸੇ given body ਦੇ ਉੱਤੇ ਕਿੰਨਾ ਚਾਰਜ ਆ, ਹਨਾ, ਕੁਆਂਟੀਟੀ ਕਿੰਨੀ ਆ, ਤੇ ਚਾਰਜ ਦੀ ਨੇਚਰ ਕੀ ਆ, ਇਹਨਾਂ ਦੋ ਚੀਜ਼ਾਂ ਨੂੰ ਜੇ ਮੈਂ ਮੇਜ਼ਰ ਕਰਨਾ ਵਾ
ਉਹਦੇ ਲਈ ਜਿਹੜਾ ਅਸੀਂ ਡਿਵਾਈਸ ਯੂਜ਼ ਕਰਦੇ ਪਏ ਉਹਨੂੰ ਅਸੀਂ ਨਾਮ ਦਿੰਦੇ ਗੋਲਡ ਲੀਫ ਇਲੈਕਟ੍ਰੋਸਕੋਪ। ਮੈਂ ਇਹਦੇ ਨੋਟਸ ਬਾਅਦ ਚ ਭੇਜ ਦਾਂਗੇ ਤੁਹਾਨੂੰ। ਇਹ ਚ ਪੁੱਤ ਅਸੀਂ ਡਿਫਾਈਨ ਇਹ ਕਰ ਦਿੰਦੇ ਕਿ ਵੀ ਮੇਰੇ ਕੋਲ ਐਸ ਸੱਚ ਇੱਕ ਜਾਰ ਹੋਏਗਾ, ਸਾਡੇ ਕੋਲ ਇੱਕ ਜਾਰ ਹੋ ਗਿਆ, ਇਸ ਜਾਰ ਦੇ ਅਕ੍ਰੋਸ ਤੁਸੀਂ ਐਸ ਸੱਚ ਕੀ ਕੀਤਾ, ਇੱਥੇ ਅਸੀਂ ਇੱਕ ਮੰਨ ਲਓ ਕਾਰਕ ਪੀਸ ਲਗਾ ਦਿੱਤਾ, ਇਸ ਕਾਰਕ ਪੀਸਿਸ ਦੇ ਥਰੂ ਆਪਾਂ ਇੱਕ ਮੈਟਲ ਰॉड ਪਾਸ ਕੀਤੀ ਹੋਈ ਆ, इस कॉर्क पीसेस ਦੇ ਥਰੂ ਇੱਕ ਮੈਟਲ ਰॉड ਪਾਸ ਕਰ ਦੋ। ਬਿਲਕੁਲ ਸੌਖਾ ਜਿਹਾ ਟੌਪਿਕ ਆ, ਠੀਕ ਹੈ, +2 ਦੇ ਲੈਵਲ ਤੇ ਕੁਝ ਨਹੀਂ ਇਹਦੇ ਵਿੱਚ ਹੈਗਾ ਇੰਨਾ ਔਖਾ, ਠੀਕ ਹੈ, ਸਿਰਫ ਥੋੜਾ ਜਿਹਾ ਧਿਆਨ ਨਾਲ ਬਸ ਸਮਝ ਲਿਓ। ਔਰ ਇਹਦੇ ਤੇ ਇੱਕ ਇਹਦੇ ਤੇ ਮੈਟਲ ਡਿਸਕ ਲੱਗੀ ਹੋਈ ਹੈ ਮੇਰੇ ਕੋਲ, ਠੀਕ ਹੈ ਜੀ। ਇਸ ਮੈਟਲ ਡਿਸਕ ਦੇ ਨੀਅਰ ਬਾਏ ਮੇਰੇ ਕੋਲ ਆ ਰॉड ਹੋਏਗੀ ਜਿਹੜੀ ਨਾ ਮੈਂ ਟੱਚ ਕਰਾਂਗਾ, ਜਿਹਦੇ ਉੱਤੇ ਕਿਸੇ ਨਾ ਕਿਸੇ ਟਾਈਪ ਦਾ ਮੇਰੇ ਕੋਲ ਚਾਰਜ ਰਹੇਗਾ। ਆ ਮੇਰੀ ਮੈਟਲ ਡਿਸਕ ਆ ਗਈ, ठीक है। आ मेरे को एसएच मेरा कॉर्क पीस आ जाएगा, जिन्होंने इन्हों मैं एसएच कहना जी फिक्स कीता वा, ठीक है। और इहदे लोअर एंड दे उत्ते असी शो ऑफ कर दिन्ने मेरे को 2 गोल्ड दियां लीफ ने, मेरे को 2 गोल्ड लीफ ने, और इहदी डिवाइस दी सेंसिटिविटी नू इनक्रीज करन वास्ते इहदे इस एजेस दे उत्ते ਅਸੀਂ ਐਲੂਮੀਨੀਅਮ ਦੀਆਂ ਐਸਐਚ ਕਹਿੰਦਾ ਜੀ ਲਾਈਟ ਸਟ੍ਰਿਪ ਲਗਾਈਆਂ ਹੋਈਆਂ, ਯਾਨੀ ਆ ਮੰਨ ਲਓ ਮੇਰੇ ਕੋਲ ਐਲੂਮੀਨੀਅਮ ਸਟ੍ਰਿਪਸ ਲੱਗੀਆਂ ਹੋਈਆਂ, ਠੀਕ ਹੈ। ਔਰ ਆ ਮੇਰੇ ਕੋਲ ਜਿਹੜੀਆਂ ਨੇ ਇਹ ਮੇਰੀਆਂ ਐਸਐਚ ਕਹਿ ਲਓ ਕਿ ਵੀ ਮੇਰੇ ਕੋਲ 골ਡ ਲੀਫ ਦੀਆਂ ਜਿਹੜੀਆਂ ਸਟ੍ਰਿਪਸ ਨੇ। क्या फिगर क्लियर हो रही बेटा? Yes, sir. Yes, sir. मैं एक बार फिगर एक बार रिपीट कर रहा, सुनो नो। ਆਪਾਂ ਦੱਸਿਆ ਇਹ ਆ ਕਿ ਵੀ 골ਡ ਲੀਪ ਇਲੈਕਟ੍ਰੋਸਕੋਪ is an instrument and device which is always used to calculate strength as well as the polarity of electric charge present on a given body। ਤੁਹਾਡੀ ਆ ਇੱਕ ਮੈਟਲ ਰॉड ਗਿਵਨ ਆ, ਗਲਾਸ ਰॉड ਗਿਵਨ ਆ, ਕੋਈ ਇੱਕ ਬੋਡੀ ਮੇਰੇ ਕੋਲ ਗਿਵਨ ਆ ਜਿਹਨੂੰ ਮੈਂ ਚਾਰਜ ਕੀਤਾ ਹੋਇਆ, ਠੀਕ ਹੈ। ਹੁਣ ਮੈਨੂੰ ਇਹ ਨਹੀਂ ਪਤਾ ਕਿ ਵੀ ਇਹਦੇ ਉੱਤੇ ਜਿਹੜਾ ਚਾਰਜ ਆ ਉਹ ਪੋਜ਼ਿਟਿਵ ਆ ਕਿ ਨੈਗੇਟਿਵ ਆ। ਆਪਾਂ ਐਸਾ ਜਿੱਤੇ ਦਿਖਾਇਆ ਜ਼ਰੂਰ ਆ ਪੋਜ਼ਿਟਿਵ ਚਾਰਜ, ਬਟ ਜੇ ਮੈਂ ਇਹਦੀ ਪੋਲੈਰਿਟੀ ਡਿਸਾਈਡ ਕਰਨੀ ਹੋਵੇ ਕਿ ਵਿਚ ਟਾਈਪ ਆਫ ਚਾਰਜ ਆਰ ਟੂ ਬੀ ਪ੍ਰੈਜ਼ੈਂਟ ਔਨ ਅ ਗਿਵਨ ਮਟੀਰੀਅਲ, then what you will have to do, कॉर्क तो बाद की लिखा, कुछ नहीं लिखा जी, कॉर्क पीसेस ही लिखा वा बेटे। ਅਸੀਂ ਇਹ ਕਹਿੰਦੇ ਕॉर्क ਪੀਸਿਸ ਲਗਾਏ ਹੋਏ ਇਹਨੂੰ ਫਿੱਟ ਕਰਨ ਵਾਸਤੇ, ਠੀਕ ਹੈ। ਜਿਹੜੀ ਵੀ ਤੁਸੀਂ ਐਸਐਚ ਆਪਣੇ ਗਿਵਨ ਬੋਡੀ ਦੇ ਉੱਤੇ ਚਾਰਜ ਨੂੰ ਆਇਡੈਂਟੀਫਾਈ ਕਰਨਾ ਬੇਟੇ, ਉਹਦੇ ਲਈ ਅਸੀਂ ਐਸਐਚ ਕੀ ਕਰਦੇ ਆ, ਅਸੀਂ ਇਹਨੂੰ ਆਲਰੇਡੀ ਪਹਿਲੋਂ ਤੋਂ ਹੀ ਹਨਾ ਆਲਰੇਡੀ ਇਹਨੂੰ ਪ੍ਰੀ ਅਸਿਊਮ ਕਰਦੇ ਪਏ ਕਿ ਵੀ ਇਹਨੂੰ ਮੈਂ ਪ੍ਰੀ ਚਾਰਜ ਕੀਤਾ ਹੋਇਆ, ਯਾਨੀ ਤੁਹਾਡੀ ਗਲਾਸ ਰॉड ਆਲਰੇਡੀ ਜਿਹੜੀ ਆ ਗਲਾਸ ਰॉड ਜਿਹੜੀ ਹੋਏਗੀ ਇਹਨੂੰ ਮੈਂ ਆਲਰੇਡੀ ਪੋਜ਼ਿਟਿਵਲੀ ਚਾਰਜ ਕੀਤਾ ਹੋਇਆ ਮੰਨ ਲਓ। ਜੇ ਇਹਨੂੰ ਮੈਂ ਪੋਜ਼ਿਟਿਵ ਚਾਰਜ ਕਰਕੇ ਰੱਖਿਆ ਤੇ we know one property ਕਿ ਪੋਜ਼ਿਟਿਵ ਚਾਰਜ always repel each other, ਯਾਨੀ ਸਿਮਿਲਰ ਚਾਰਜ always repel each other। now how we can check ਕਿ ਵੀ ਇਹਦੇ ਉੱਤੇ ਪੋਜ਼ਿਟਿਵ ਆ ਕਿ ਨੈਗੇਟਿਵ ਚਾਰਜ? ਉਹਦੇ ਲਈ ਕੀ ਕਰਾਂਗਾ, when you bring the glass rod ਜਾਂ given rod, ਠੀਕ ਹੈ, in contact with the metal disc, ਆਪਾਂ ਇਹਦੇ ਕੰਟੈਕਟ ਚ ਲੈ ਕੇ ਆਏ, ਇਹ ਕੋਈ ਇੰਡਕਸ਼ਨ ਨਹੀਂ ਕਰਨ ਲੱਗੇ, ਇਹਦਾ ਐਕਚੁਅਲ ਕੰਟੈਕਟ ਇਹਦੇ ਨਾਲ ਕਰਾਵਾਂਗਾ ਤੇ ਉਸ ਐਕਚੁਅਲ ਕੰਟੈਕਟ ਵੇਲੇ ਜਿਹੜੇ ਵੀ ਟਾਈਪ ਦਾ ਚਾਰਜ ਇਸ ਰॉड ਤੇ ਹੋਏਗਾ that will be transferred to the metal disc। ਔਰ ਜਦੋਂ ਮੈਟਲ ਡਿਸਕ ਤੇ ਚਾਰਜ ਆ ਗਿਆ ਤੇ ਇਸ ਮੈਟਲ ਰॉड ਦੇ ਥਰੂ ਠੀਕ ਹੈ ਜੀ those charges are to be ਕਹਿੰਦਾ ਜੀ transferred on the other side। ਔਰ ਅਦਰ ਸਾਈਡ ਤੇ ਮੇਰੇ 골ਡ ਲੀਫ ਲੱਗੀਆਂ ਹੋਈਆਂ, ਲਾਈਟ weight ਸਟ੍ਰਿਪ ਲੱਗੀਆਂ ਹੋਈਆਂ। now what we observe ਕਿ ਜਿੱਦਾਂ ਹੀ ਇਹਦੇ ਟੱਚ ਕਰਨ ਦੇ ਨਾਲ ਮੇਰੇ ਕੋਲ ਐਸਐਚ ਮੈਂ ਆਬਜ਼ਰਵ ਕੀਤਾ ਕਿ ਜੇ ਇਹ ਲੀਫ ਅੱਗੇ ਨਾਲੋਂ ਹੋਰ ਡਿਫਲੈਕਟ ਹੋ ਗਏ, ਯਾਨੀ ਜੇ ਲੀਫ ਦੀ ਡਿਫਲੈਕਸ਼ਨ ਅੱਗੇ ਨਾਲੋਂ ਹੋਰ ਜ਼ਿਆਦਾ ਵੱਧਦੀ ਆ ਤੇ ਇਟ ਮੀਨਸ ਇਸ ਰॉड ਦੇ ਉੱਤੇ ਸੇਮ ਉਹੀ ਚਾਰਜ ਆ, ਉਸੇ ਨੇਚਰ ਦਾ ਚਾਰਜ ਆ ਜਿਹੜਾ ਲੀਫ ਦੇ ਉੱਤੇ ਆਲਰੇਡੀ ਹੈਗਾ। ਔਰ ਲੀਫ ਨੂੰ ਅਸੀਂ ਆਲਰੇਡੀ ਕਹਿੰਦਾ ਜਿਹੜਾ ਕਹਿੰਦੇ ਪਏ ਆ, ਲੀਫ ਮੇਰੇ ਕੋਲ ਆਲਰੇਡੀ ਜਿਹੜਾ ਹੋਏਗਾ ਅਸੀਂ ਇਹਨੂੰ ਪੋਜ਼ਿਟਿਵਲੀ ਚਾਰਜ ਕਰਕੇ ਪਹਿਲਾਂ ਤੋਂ ਰੱਖਿਆ ਹੋਇਆ, ਤੇ ਜੇ ਲੀਫ ਮੇਰਾ ਆਲਰੇਡੀ ਪਹਿਲਾਂ ਤੋਂ ਪੋਜ਼ਿਟਿਵਲੀ ਚਾਰਜ ਹੈਗਾ ਵਾ ਔਰ ਉਸ ਤੋਂ ਬਾਅਦ ਡਾਈਵਰਜੈਂਸ ਜਿਹੜੀ ਆ ਉਹ ਵੱਧਦੀ ਆ ਬੇਟੇ, ਤੇ ਡਾਈਵਰਜੈਂਸ ਇਹਦੀ ਇਨਕਰੀਜ਼ ਹੋਣ ਦਾ ਮਤਲਬ ਇਹ ਹੋਏਗਾ
कि this material should have the same charge as the charge present on the leaf। मतलब ਜਿਹੜਾ ਚਾਰਜ ਪਹਿਲੋਂ ਤੋਂ, ਜਿਹੜੀ ਨੇਚਰ ਦਾ ਚਾਰਜ ਪਹਿਲੋਂ ਤੋਂ ਲੀਫ ਤੇ ਆ, ਸੇਮ ਉਹੀ ਚਾਰਜ ਦੀ ਅਮਾਉਂਟ ਜਿਹੜੀ ਆ ਉਹ ਇਸ ਲੀਫ ਨੂੰ ਹੋਰ ਮਿਲੀ ਹੋਏਗੀ, ਜਿਹਦੇ ਨਾਲ ਇਹਦੇ ਵਿੱਚ ਰਿਪਲਸ਼ਨ ਜਿਹੜੀ ਉਹ ਅੱਗੇ ਨਾਲ ਵਧਣੀ ਹੈ ਬੇਟਾ। ਕਿਆ ਇੰਨੀ ਗੱਲ ਕਲੀਅਰ ਆ? यस सर। ਔਰ ਜੇ ਐਸਐਚ ਦਾ ਰਿਵਰਸ ਬੋਲ ਦਿਓ ਕਿ ਜਿਹੜੀ ਰੋਡ ਤੁਸੀਂ ਜਾਂ ਜਿਹੜਾ ਮਟੀਰੀਅਲ ਤੁਸੀਂ ਇਹਨਾਂ ਕੰਟੈਕਟ ਚ ਲੈ ਕੇ ਆ ਰਹੇ ਹੋ, ਹਨਾ, ਜੇ ਉਹਦੇ ਉੱਤੇ ਚਾਰਜ ਦੀ ਨੇਚਰ ਜਿਹੜੀ ਆ ਇਹਦੇ ਚਾਰਜ ਨਾਲੋਂ ਓਪੋਜ਼ਿਟ ਹੋਏਗੀ ਤੇ ਕੀ ਹੋਏਗਾ ਜੀ? ਜਦੋਂ ਨੈਗੇਟਿਵਲੀ ਚਾਰਜ ਰੋਡ ਮੈਂ ਇਹਦੇ ਕੰਟੈਕਟ ਚ ਲੈ ਕੇ ਆਵਾਂਗਾ ਤੇ ਇਹਨੇ ਕੀ ਕਰਨਾ? ਨੈਗੇਟਿਵ ਚਾਰਜ ਸਪਲਾਈ ਕਰਨਾ, ਠੀਕ ਹੈ ਨਾ। ਇਹਨੇ ਨੈਗੇਟਿਵ ਚਾਰਜ ਇਹਨੂੰ ਮੈਟਲ ਡਿਸਕ ਨੂੰ ਸਪਲਾਈ ਕਰਨਾ, ਮੈਟਲ ਡਿਸਕ ਤੋਂ ਮੈਟਲ ਰੋਡ ਦੇ ਥਰੂ ਹੁੰਦੇ ਹੋਏ ਉਹੀ ਨੈਗੇਟਿਵ ਚਾਰਜ ਜਿਹੜਾ ਵਾ ਉਹ ਇਹਨਾਂ ਲੀਫ ਦੇ ਉੱਤੇ ਆ ਜਾਣਾ। ਆਲਰੇਡੀ ਲੀਫ ਤੇ ਪੋਜ਼ਿਟਿਵ ਚਾਰਜ ਆ, ਠੀਕ ਹੈ, ਤੇ ਇਹਨਾਂ ਨੈਗੇਟਿਵ ਚਾਰਜ ਨਾਲ ਕੁਝ ਪੋਜ਼ਿਟਿਵ ਚਾਰਜ ਜਿਹੜੇ ਉਹ ਨਿਊਟਰਲਾਈਜ਼ ਹੋ ਜਾਣੇ ਬੇਟਾ। ਤੇ ਜੇ ਚਾਰਜ ਨਿਊਟਰਲਾਈਜ਼ ਹੁੰਦੇ ਨੇ ਤੇ ਡਿਫਲੈਕਸ਼ਨ ਅੱਗੇ ਨਾਲੋਂ ਘਟ ਜਾਣੀ। ਮਤਲਬ ਜਿਹੜੀ ਡਾਈਵਰਜੈਂਸ ਹੁੰਦੀ ਵੀ ਸੀਗੀ ਉਹ ਡਾਈਵਰਜੈਂਸ ਇਕੱਠੀ ਹੋਏਗੀ, ਘਟ ਜਾਏਗੀ। ਤੇ ਜੇ ਡਾਈਵਰਜੈਂਸ ਘਟਦੀ ਆ ਤੇ ਇਹਦਾ ਮਤਲਬ ਆ ਇੱਥੇ ਪੋਜ਼ਿਟਿਵ ਚਾਰਜ ਦੀ ਅਮਾਉਂਟ ਅੱਗੇ ਨਾਲੋਂ ਰਿਡਿਊਸ ਹੋਈ ਆ। ਤੇ ਪੋਜ਼ਿਟਿਵ ਚਾਰਜ ਦੀ ਅਮਾਉਂਟ ਰਿਡਿਊਸ ਹੋਣ ਦਾ ਮਤਲਬ ਆ ਕਿ ਵੀ ਇੱਥੇ ਪੋਜ਼ਿਟਿਵ ਚਾਰਜ ਨੂੰ ਕੁਝ ਨੈਗੇਟਿਵ ਚਾਰਜ ਨੇ ਨਿਊਟਰਲਾਈਜ਼ ਕੀਤਾ। ਇਟ ਮੀਨਸ ਦਿਸ ਰੋਡ ਮਸਟ ਕੈਰੀ ਦਾ ਨੈਗੇਟਿਵਲੀ ਚਾਰਜ। क्या इतनी गल समझ लगी? यस सर। यस सर। सो इस वे ना तुसी जेकर किसी गिवन मटीरियल ते चार्ज दी पोलैरिटी बेटा मेजर करनी होवे ते असी इस लीप इलेक्ट्रोस्कोप नु ऑलरेडी चार्ज कीता होएगा, ठीक है जी, विद द नोन पोलैरिटी ऑफ द चार्ज। और जेड़े चार्ज होर तुसी सप्लाई करोगे है ना, उन्हां डाइवर्जेंस इनक्रीज हुंदी या डिक्रीज हुंदी, ਉਹਦੇ ਬਿਹਾਫ ਤੇ ਉੱਤੇ ਅਸੀਂ ਫਿਰ ਡਿਫਾਈਨ ਕਰ ਦਾਂਗੇ ਕਿ ਤੁਹਾਡੇ ਗਿਵਨ ਮਟੀਰੀਅਲ ਦੇ ਉੱਤੇ ਚਾਰਜ ਦੀ ਪੋਲੈਰਿਟੀ ਕੀ ਹੋਏਗੀ। ਕਲੀਅਰ ਹੈ ਜੀ? यस सर। एक्सक्यूज मी सर। ਹਾਂਜੀ ਬੋਲੋ ਜੀ। सर एल्यूमीनियम स्ट्रिप्स क्यों लाईਆਂ ਸੀ? ਦੱਸਾਂਗੇ ਜੀ, ਉਹਦੀ ਗੱਲ ਹੈ ਜੋੜਨੀ ਆਪਾਂ। ਓਕੇ ਸਰ। ਉਹ ਹੁਣ ਇਸ ਤੋਂ ਬਾਅਦ ਵਰਡ ਐਡ ਕਰਾਂਗੇ ਨਾ ਬੇਟੇ। ਪਹਿਲਾਂ ਆਪਾਂ ਪੋਲੈਰਿਟੀ ਦੀ ਗੱਲ ਕਰ ਲਈ, ਹੁਣ ਆਪਾਂ ਅੱਗੇ ਗੱਲ ਕਰਦੇ। ਆਪਾਂ ਇੱਕ ਵਰਡ ਬੋਲਿਆ ਕਿ ਜਿਹੜੀਆਂ ਐਲੂਮੀਨੀਅਮ ਸਟ੍ਰਿਪਸ ਨੇ ਇਹਦੇ ਦੋ ਕੰਮ ਆ ਬੇਟਾ। ਇੱਕ ਤੇ ਇਹ ਸੈਂਸਿਟਿਵਨੈਸ ਵਧਾ ਦਿੰਦੀਆਂ ਨੇ, ਠੀਕ ਹੈ, ਡਿਵਾਈਸ ਦੀ ਸੈਂਸਿਟੀਵਿਟੀ ਨੂੰ ਹੋਰ ਇਨਕਰੀਜ਼ ਕਰਦੀਆਂ ਨੇ। ਸੈਕੰਡ ਇਹਦੀ ਐਡਵਾਂਟੇਜ ਹੈ ਡਿਵਾਈਸ ਨੂੰ ਸੇਫਟੀ ਵੀ ਪ੍ਰੋਵਾਈਡ ਕਰਦੀ। ਕਿਦਾਂ? ਜਦੋਂ ਤੁਹਾਡਾ ਇਹਦੇ ਉੱਤੇ ਪੋਜ਼ਿਟਿਵ ਚਾਰਜ ਆਲਰੇਡੀ ਹੈਗਾ ਤੇ ਜੇ ਪੋਜ਼ਿਟਿਵਲੀ ਚਾਰਜ ਰੋਡ ਹੀ ਇੱਥੇ ਹੋਰ ਆਈ ਹਨਾ, ਤੁਸੀਂ ਪੋਜ਼ਿਟਿਵ ਚਾਰਜ ਹੋਰ ਸਪਲਾਈ ਕੀਤਾ, ਹੋਣਾ ਕੀ ਆ ਡਾਈਵਰਜੈਂਸ ਵਧਣੀ ਆ। ਮੇਰੀਆਂ ਕੋਣੀਆਂ ਜਿਹੜੀਆਂ ਨੇ ਹਨਾ, ਇਹ ਐਸਐਚਓ 골ਡ ਸਟ੍ਰਿਪਸ ਨੇ, ਤੇ ਜਦੋਂ ਇਹਨਾਂ ਹੱਥਾਂ ਤੋਂ ਚਾਰਜ ਜਿਹੜਾ ਵਾ ਕੋਣੀਆਂ ਨੂੰ ਟ੍ਰਾਂਸਫਰ ਹੋਇਆ ਤੇ ਇਹਦੇ ਕਰਕੇ ਕਹਿੰਦਾ ਜੀ ਇਹਨੇ ਹੋਰ ਡਾਈਵਰਜ ਕਰਨਾ। ਤੇ ਜਦੋਂ ਇਹਨੇ ਡਾਈਵਰਜ ਕਰਨਾ ਤੇ ਜੇ ਪੁੱਤ ਇਹਦੀ ਡਾਈਵਰਜੈਂਸ ਇੰਨੀ ਜ਼ਿਆਦਾ ਹੋਈ ਹਨਾ ਕਿ ਵੀ ਇਹ ਸਟ੍ਰਿਪ ਆਊਟਵਰਡ ਕਹਿੰਦਾ ਜੀ ਫੈਲ ਜਾਣੀ ਆ, ਉਸ ਚੀਜ਼ ਨੂੰ ਐਸਐਚ ਪ੍ਰੀਵੈਂਟ ਕਰਨ ਵਾਸਤੇ, ਠੀਕ ਹੈ ਜੀ, ਅਸੀਂ ਜੇ ਐਲੂਮੀਨੀਅਮ ਸਟ੍ਰਿਪ ਲਗਾਈਆਂ ਤੇ ਇਹਦੀ ਐਡਵਾਂਟੇਜ ਇਹ ਹੋਏਗੀ ਜਿੱਦਾਂ ਹੀ ਇਹ ਇਹਦੇ ਕਿਤੇ ਕੰਟੈਕਟ ਚ ਆਈਆਂ, ਠੀਕ ਹੈ ਨਾ, ਜੇ ਇਹ ਇੰਨੀਆਂ ਡਾਈਵਰਜ ਕਰ ਗਈਆਂ ਕਿ ਇਹਦਾ ਕੰਟੈਕਟ ਇਹਨਾਂ ਸਟ੍ਰਿਪ ਨਾਲ ਹੋਇਆ, ਜਾ ਕੇ ਉਹਦੇ ਨਾਲ ਸਟ੍ਰਾਈਕ ਕਰ ਗਈਆਂ ਤੇ ਇਹਨਾਂ ਨੇ ਉਹ ਚਾਰਜ ਜਿਹੜਾ ਇਸ ਸਟ੍ਰਿਪ ਦੇ ਥਰੂ ਅਰਥ ਨੂੰ ਟ੍ਰਾਂਸਫਰ ਹੋ ਜਾਣਾ, ਜਿਹਦੇ ਨਾਲ ਤੁਹਾਡਾ ਡਿਵਾਈਸ ਦੇ ਅੰਦਰ ਐਸਐਚ ਜਿਹੜਾ ਵਾ ਉਹ ਚਾਰਜ ਜਿਹੜਾ ਵਾ ਇਸ ਡਿਵਾਈਸ ਨੂੰ ਡੈਮੇਜ ਨਹੀਂ ਕਰੇਗਾ। ਦੂਜੀ ਇਹਦੀ ਕੀ ਐਡਵਾਂਟੇਜ ਆ? ਜਦੋਂ ਪੁੱਤ ਇਹਨਾਂ ਤੇ ਚਾਰਜ ਆਂਦਾ ਪਿਆ, ਇੱਕ ਪ੍ਰੋਪਰਟੀ ਦਿਮਾਗ 'ਚ ਲੈ ਕੇ ਆਈਓ ਜੋ ਦੱਸਣ ਲੱਗਿਆ, ਅੱਗੇ ਦੱਸੀ ਸੀਗੀ ਕਿ ਵੀ ਅਸੀਂ ਐਸਐਚ ਕੀ ਆ ਕਿ ਵੀ ਜੇ ਆਪਾਂ ਕਹਿੰਦੇ ਕਲਾਉਡਸ ਦੇ ਕ੍ਰਾਸ ਲਾਈਟਨਿੰਗ ਹੁੰਦੀ ਆ। ਮੈਂ ਇੱਕ ਵਰਡ ਐਕਸਪਲੇਨ ਕਰਨ ਲੱਗਿਆ, ਪੋਲਰਾਈਜੇਸ਼ਨ। ਗੱਲ ਸਮਝਣ ਵਾਲੀ ਆ, ਸਮਝਿਓ, ਠੀਕ ਹੈ। ਆਪਾਂ ਇਹ ਕਿਹਾ ਸੀਗਾ ਕਿ ਵੀ ਜੇ ਕਲਾਉਡਸ ਮੇਰੇ ਜਿਹੜੇ ਨੇ ਆਪਸ 'ਚ ਰਬਿੰਗ ਦੇ ਕਰਕੇ ਉਹ ਚਾਰਜ ਹੋ ਜਾਂਦੇ ਤੇ ਇਹਨਾਂ ਤੇ ਚਾਰਜ ਹੋਣ ਦਾ ਮਤਲਬ ਆ ਇਹਨਾਂ ਦੇ ਵਿੱਚ ਪੋਟੈਂਸ਼ੀਅਲ ਦਾ ਡਿਫਰੈਂਸ ਬਣ ਜਾਂਦਾ, ਠੀਕ ਹੈ। ਜੇ ਇੱਕ ਪਲੇਟ ਦਾ ਪੋਟੈਂਸ਼ੀਅਲ 500 ਵੋਲਟ ਪਲੱਸ ਦਾ, ਦੂਜੇ ਦਾ -500 ਵੋਲਟ ਆ, ਤੇ ਇਹਦੇ ਨਾਲ ਵਿੱਚ 1000 ਵੋਲਟ ਦਾ ਪੋਟੈਂਸ਼ੀਅਲ ਡਿਫਰੈਂਸ ਆ ਗਿਆ। ਔਰ ਜਿੰਨੇ ਇਸ ਸੈਪਰੇਸ਼ਨ ਦੇ ਅਕ੍ਰੋਸ ਆਇਆ, ਜੇ ਉਸ ਸੈਪਰੇਸ਼ਨ ਦੇ ਨਾਲ ਮੈਂ ਇਸ ਪੋਟੈਂਸ਼ੀਅਲ ਡਿਫਰੈਂਸ ਨੂੰ ਡਿਵਾਈਡ ਕਰ ਲਵਾਂ, ਕੱਲ ਵੀ ਗੱਲ ਕੀਤੀ ਸੀ ਆਪਾਂ, ਤੇ ਇਸ ਟਰਮ ਨੂੰ ਅਸੀਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕਹਿੰਦੇ ਆ। ਮੈਂ ਇੱਕ ਵਰਡ ਦੱਸਣ ਲੱਗਿਆ, ਸਿਰਫ ਉਹਨੂੰ ਸਮਝ ਲਿਓ। ਜਦੋਂ ਇਹ ਕਲਾਉਡ ਚਾਰਜ ਹੋਏ, ਇਹਦੇ ਕਰਕੇ ਆ ਵਿੱਚ 에ਅਰ ਦੇ ਮੋਲੀਕਿਊਲ ਜਿਹੜੇ ਨੇ ਹਨਾ,
ਇਹਨਾਂ ਉੱਤੇ ਫੋਰਸਿਸ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਤੇ ਜਦੋਂ 에ਅਰ ਮੋਲੀਕਿਊਲ ਤੇ ਫੋਰਸਿਸ ਲੱਗਦੀਆਂ ਉਹ 에ਅਰ ਦੇ ਜਿਹੜੇ ਮੋਲੀਕਿਊਲਸ ਨੇ ਇਹਨਾਂ ਦੇ ਵਿੱਚ ਚਾਰਜ ਦੀ ਸੈਪਰੇਸ਼ਨ ਨੂੰ ਵਧਾਉਣਾ ਸ਼ੁਰੂ ਕਰ ਦਿੰਦੀਆਂ ਤੇ ਜੇ ਆ ਸੈਪਰੇਸ਼ਨ ਵੱਧਦੀ ਜਾਵੇ ਇੱਕ ਸਟੇਜ ਦੇ ਉੱਤੇ ਜਾ ਕੇ ਇਹ ਸੈਪਰੇਸ਼ਨ ਦੇ ਵਿਚਲੇ ਜਿਹੜੇ ਬੌਂਡਸ ਨੇ ਇਹ ਟੁੱਟ ਜਾਣੇ ਆ ਔਰ ਜਦੋਂ ਪੁੱਤ ਬੌਂਡ ਟੁੱਟਦੇ ਨਾ 에ਅਰ ਮੇਰੀ ਡਾਈ ਇਲੈਕਟ੍ਰਿਕ ਆ 에ਅਰ ਮੇਰੀ ਡਾਈ ਇਲੈਕਟ੍ਰਿਕ ਮੀਡੀਅਮ ਆ ਜਿਹੜੀ ਆਪਣੇ ਆਪ ਚ ਤੇ ਇਨਸੂਲੇਟਰ ਆ ਪਰ ਜਿੱਦਾਂ ਹੀ ਇਹਦੇ ਮੋਲੀਕਿਊਲ ਟੁੱਟਦੇ ਆ ਜਿੱਦਾਂ ਹੀ ਇਹ ਚਾਰजेस ਦੇ ਵਿਚਲੇ ਬੌਂਡ ਟੁੱਟਦੇ ਆ ਹਨਾ ਇਸ ਥਾਂ ਦੇ ਉੱਤੇ ਮੇਰੇ ਕੋਲ ਇੱਕ ਫ੍ਰੀ ਇਲੈਕਟ੍ਰੋਨ ਤੇ ਨਾਲ ਪੋਜ਼ਿਟਿਵ ਆਇਨ ਦੋ ਚੀਜ਼ਾਂ ਬਣ ਜਾਂਦੀਆਂ ਔਰ ਇਹ ਦੋਨੋਂ ਦੇ ਦੋਨੋਂ ਜਿਹੜੇ ਨੇ ਇਹ ਕੰਡਕਟਿੰਗ ਮੀਡੀਅਮ ਇਹ ਦੋਨੋਂ ਦੇ ਦੋਨੋਂ ਜਿਹੜੇ ਨੇ 에ਅਰ ਜਿਹੜੀ ਕਿ ਇਨਸੂਲੇਟਰ ਹੁੰਦੀ ਸੀ ਉਸ 에ਅਰ ਨੂੰ ਆਇਓਨਾਈਜ਼ ਕਰ ਦਿੰਦੇ ਆ ਤੇ 에ਅਰ ਦੀ ਆਇਓਨਾਈਜੇਸ਼ਨ ਦਾ ਮਤਲਬ ਆ 에ਅਰ ਕੰਡਕਟਿੰਗ ਹੋਗੀ in the similar way ਜਦੋਂ ਇਸ ਥਾਂ ਤੇ ਮੇਰੇ ਕੋਲ ਪੋਜ਼ਿਟਿਵ ਚਾਰਜ ਆਉਂਦੇ ਪਏ ਆ ਔਰ ਬਾਹਰੋਂ ਹੋਰ ਪੋਜ਼ਿਟਿਵ ਚਾਰਜ ਆ ਗਿਆ ਤੇ ਇਸ ਸਾਰੇ ਨੇ ਕੀ ਕਰਨਾ ਇਹਦੇ ਆਲੇ ਦੁਆਲੇ ਵਾਲਾ ਜਿਹੜਾ ਰੀਜਨ ਹੈ ਨਾ ਇਹਦੇ ਆਲੇ ਦੁਆਲੇ ਵਾਲਾ ਜਿਹੜਾ ਰੀਜਨ ਆ ਇਸ ਥਾਂ ਦੇ ਉੱਤੇ ਮੇਰੇ ਕੋਲ ਇਲੈਕਟ੍ਰਿਕ ਚਾਰਜ ਤੇ ਹੋਣ ਕਰਕੇ ਹੈਵੀ ਅਮਾਉਂਟ ਚ ਠੀਕ ਹੈ ਉਹ 에ਅਰ ਨੂੰ ਆਇਓਨਾਈਜ਼ ਕਰ ਸਕਦਾ ਤੇ ਜੇ 에ਅਰ ਆਇਓਨਾਈਜ਼ ਹੋ ਗਈ ਠੀਕ ਹੈ ਜੀ ਤੇ ਇਹ ਵਿਚਲਾ ਮੀਡੀਅਮ ਸਾਰਾ ਕੰਡਕਟਿੰਗ ਹੋ ਜਾਣਾ ਤੇ ਇਹਨਾਂ ਉੱਤੇ ਚਾਰਜ ਸਸਟੇਨ ਹੀ ਨਹੀਂ ਕਰ ਪਾਏਗਾ ਯਾਨੀ ਚਾਰਜ ਇਹਦੇ ਤੇ ਰੋਕ ਹੀ ਨਹੀਂ ਪਾਣਾ आवाज आ रही बेटे Yes, sir. Yes, sir. Yes, sir. वीडियो आ रही आ गई मेरी वीडियो मैंने नहीं देख रही सी Yes, sir. ਸੋ ਇਸ ਚੀਜ਼ ਨੂੰ ਪੁੱਤ ਪ੍ਰੀਵੈਂਟ ਕਰਨ ਵਾਸਤੇ ਠੀਕ ਹੈ ਨਾ ਅਸੀਂ ਇੱਥੇ ਨਾਲ ਜਿਹੜੀਆਂ ਉਹ ਐਲੂਮੀਨੀਅਮ ਸਟ੍ਰਿਪਸ ਜਿਹੜੀਆਂ ਉਹ ਪ੍ਰੋਵਾਈਡ ਕਰਦੇ ਹਾਂ ਯਾਨੀ ਡਿਵਾਈਸ ਦੀ ਸੇਫਟੀ ਔਰ ਸੈਂਸਿਟੀਵਿਟੀ ਨੂੰ ਇਨਕਰੀਜ਼ ਕਰਨ ਲਈ ਤੁਸੀਂ ਇਹਨਾਂ ਸਟ੍ਰਿਪਸ ਨੂੰ ਕਿਦਾਂ ਜੀ ਯੂਟਿਲਾਈਜ਼ ਕਰਦੇ ਹੋ ਕੀ ਆ ਕਲੀਅਰ ਹੈ ਡਿਵਾਈਸ Yes, sir. Yes, sir. ਹੋ ਜੋ ਪੁੱਤ ਕਰਾਂ ਕੰਟੀਨਿਊ ਮੈਂ Yes, sir. ਜੇ ਕੋਈ ਹੈ ਡਾਊਟ ਤੇ ਇੱਕ ਵਾਰੀ ਜਲਦੀ ਜਲਦੀ ਬੋਲੋ ਜੇ ਕਲੀਅਰ ਹੈ ਤਾਂ ਫਿਰ ਆਪਾਂ ਕਰੀਏ ਕੰਟੀਨਿਊ Clear, sir. Clear, sir. ਡਰਾਈਵ ਕਰਨਾ ਅੱਜ ਆਪਾਂ ਕਰੀਏ ਜੀ Yes, sir. Yes, sir. ਆ ਚੀਜ਼ ਨੂੰ ਹੁਣ ਇਤੋਂ ਹਟਾ ਰਿਹਾ ਇਹਦੇ ਨੋਟਸ ਮੈਂ ਆਪੇ ਲਿਖ ਕੇ ਤੁਹਾਨੂੰ ਭੇਜ ਦਾਂਗਾ ਠੀਕ ਹੈ ਹੁਣ ਕਰੀਏ ਗੱਲ ਜਿੱਥੋਂ ਕੱਲ ਆਪਾਂ ਛੱਡਿਆ ਸੀ ਟੌਪਿਕ ਸੀਗਾ ਆਪਣੇ ਕੋਲ ਆਣਾ ਇਲੈਕਟ੍ਰਿਕ ਫੀਲਡ ਲਾਈਨਸ and its properties इलेक्ट्रिक फील्ड लाइंस है की आ और इदियां प्रॉपर्टीज की ने कल पढ़न ਨੂੰ ਕਿਹਾ ਸੀਗਾ ਠੀਕ ਹੈ ਇੱਕ ਵਾਰੀ ਮੈਂ ਸਾਰਾ ਐਕਸਪਲੇਨ ਕਰਨ ਲੱਗਿਆ ਜੇ ਡਾਊਟ ਹੋਊਗਾ ਤਾਂ ਇੱਕ ਵਾਰੀ ਆਪਣੇ ਡਾਊਟਸ ਪੁੱਛ ਜ਼ਰੂਰ ਲਈਓ ਠੀਕ ਹੈ ਆਪਾਂ ਪਹਿਲਾ ਵਰਡ ਲਈਏ what are electric field lines ਤੇ ਪੁੱਤ ਜੇ ਤੁਸੀਂ ਪੜਿਆ ਤੇ ਉਹਦੇ ਚ ਇੱਕ ਵਰਡ ਸਟੈਂਡ ਕਰਦਾ these are the imaginary line ਠੀਕ ਹੈ these are the imaginary line ਕਹਿੰਦਾ ਵੀ ਉਹਦਾ ਕੀ ਮੀਨ ਆ ਹੁਣ ਇਸ ਚੀਜ਼ ਨੂੰ ਐਕਸਪਲੇਨ ਕਰਨ ਲਈ ਆਪਾਂ ਗੱਲ ਇੱਥੋਂ ਸ਼ੁਰੂ ਕਰਦੇ ਪਏ ਕਹਿੰਦਾ ਜੀ ਜੇ ਮੇਰੇ ਕੋਲ ਇੱਕ ਮੈਗਨੇਟ ਗਿਵਨ ਹੋਵੇ ਮੇਰੇ ਕੋਲ ਇੱਕ ਮੈਗਨੇਟ ਗਿਵਨ ਆ ਠੀਕ ਹੈ ਲੈਟ ਮੀ ਸੇ ਕਿ ਆ ਉਹਦਾ ਨਾਰਥ ਔਰ ਸਾਊਥ ਪੋਲ ਆ ਇਦਾਂ ਹੀ ਇੱਕ ਆ ਮੈਗਨੇਟ ਹੋਰ ਗਿਵਨ ਆ ਇਹਦਾ ਇੱਥੇ ਨਾਰਥ ਤੇ ਇਧਰ ਸਾਊਥ ਪੋਲ ਆ ਨਾਓ ਵਾਟ ਦ ਟੂ ਮੈਗਨੇਟ ਵਿਲ ਡੂ ਵੈਨ ਦੇ ਕਮ ਕਲੋਜ਼ ਟੂ ਈਚ ਅਦਰ ਰਿਪੈਲ ਕਰਨਗੇ ਹੈਨਾ ਤੇ ਜੇ ਮੈਂ ਪਰੇ ਕਰਾਂ ਤੇ ਇਹਨੂੰ ਆਪਾਂ ਕਹਿੰਦੇ ਕਿ ਵੀ ਰਿਪਲਸ਼ਨ ਘਟ ਜਾਏਗੀ ਤੇ ਜੇ ਮੈਂ ਸਾਊਥ ਪੋਲ ਇਹਦੇ ਨੀਅਰ ਬਾਈ ਲੈ ਆਵਾਂ ਅਸੀਂ ਕਿਨੇ ਅਟਰੈਕਟ ਕਰੇਗਾ ਸੋ ਪੁੱਤ ਜਦੋਂ ਇਹਨੇ ਰਿਪੈਲ ਕੀਤਾ ਅਟਰੈਕਟ ਕੀਤਾ ਕਿਆ ਇਹਨਾਂ ਦੇ ਅਕ੍ਰੋਸ ਮੈਗਨੈਟਿਕ ਫੀਲਡ ਸਾਨੂੰ ਵਿਜ਼ੀਬਲ ਹੈਗਾ No, sir. No, sir. ਨਹੀਂ ਹੈਗਾ ਹਾਂ ਪਰ ਆਪਾਂ 10th ਵਿੱਚ ਇੱਕ ਐਕਸਪੈਰੀਮੈਂਟ ਪੜਿਆ ਸੀ ਕਿ ਜੇ ਮੈਂ ਇੱਕ ਬਾਰ ਮੈਗਨੇਟ ਲੈ ਕੇ ਇਹਨੂੰ ਐਸਚ ਕਿਸੇ ਇੱਕ ਥਾਂ ਤੇ ਰੱਖ ਲਵਾਂ ਔਰ ਇਹਦੇ ਨੀਅਰ ਬਾਈ ਮੈਂ ਆਇਰਨ ਫਿਲਿੰਗਸ ਲੈ ਲਵਾਂ ਤੇ ਆਇਰਨ ਫਿਲਿੰਗ ਯਾਨੀ ਆਇਰਨ ਦਾ ਮੈਂ ਚੂਰਾ ਲੈ ਕੇ ਹਨਾ ਉਹਨੂੰ ਇਹਦੇ ਨੀਅਰ ਬਾਈ ਮੈਂ ਸਪ੍ਰਿੰਕਲ ਕਰ ਦਵਾਂ ਉਹਨੂੰ ਮੈਂ ਹਲਕੀ ਹਲਕੀ ਟੈਪਿੰਗ ਕਰਦਾ ਜਾਵਾਂ ਤੇ ਅਸੀਂ ਅਬਜ਼ਰਵ ਕਰਦੇ ਇਹਦੇ ਅਰਾਊਂਡ ਜਿਹੜਾ ਨਾ ਮੈਗਨੇਟ ਜਿਹੜਾ ਆਇਰਨ ਫਿਲਿੰਗ ਆ ਉਹ ਕੁਝ ਇਸ ਵੇ ਨਾਲ ਅਰੇਂਜ ਹੋ ਜਾਂਦੀਆਂ ਪਤਾ ਯਾਦ ਆ 10th ਚ ਪੜੀ ਸੀ Yes, sir. Yes, sir. ਤੇ ਨਾ ਇਹਦੇ ਮੈਗਨੇਟ ਅਰਾਊਂਡ ਪੈਟਰਨ ਜਿਹਾ ਬਣ ਜਾਂਦਾ ਆਇਰਨ ਫਿਲਿੰਗ ਦਾ
ਤੇ ਅਸੀਂ ਇੱਕ ਲਾਈਨ ਬੋਲਦੇ ਆ। ਅਸੀਂ ਕਹਿੰਦੇ ਜੀ ਇਹ ਪੈਟਰਨ ਸੇਮ ਉਦਾਂ ਦਾ ਵਾ ਜਿੱਦਾਂ ਮੈਗਨੈਟਿਕ ਫੀਲਡ ਲਾਈਨਸ ਕਿਸੇ ਮੈਗਨੇਟ ਦੇ ਅਰਾਊਂਡ ਹੋਣਗੀ। ਮਤਲਬ ਕਿਸੇ ਮੈਗਨੇਟ ਦੇ ਅਰਾਊਂਡ ਮੈਗਨੈਟਿਕ ਫੀਲਡ ਕਿੱਦਾਂ ਦਾ ਦਿਖਦਾ ਹੋਏਗਾ, ਹਨਾ। ਉਹ ਮੈਨੂੰ ਮੈਗਨੈਟਿਕ ਫੀਲਡ ਦਿਖਦਾ ਤਾਂ ਨਹੀਂ ਹੈਗਾ, ਪਰ ਜੇ ਮੈਂ ਉਹਨੂੰ ਅਸਿਊਮ ਕਰਨਾ ਕਿ ਵੀ ਉਹ ਮੈਗਨੈਟਿਕ ਫੀਲਡ ਕਿੱਦਾਂ ਦਾ ਦਿਖੇਗਾ, ਤੇ ਮੇਰੇ ਕੋਲ ਕੁਝ ਅਸੀਂ ਕਹਿੰਦੇ ਜੀ ਇਸ ਟਾਈਪ ਦਾ ਪੈਟਰਨ ਮੈਗਨੈਟਿਕ ਫੀਲਡ ਦਾ ਦਿਖੇਗਾ ਮੈਗਨੇਟ ਦੇ ਅਰਾਊਂਡ। ਇਸੇ ਵੇ ਨਾ ਇੱਕ ਹੋਰ ਐਕਸਪੈਰੀਮੈਂਟ ਦੀ ਗੱਲ ਕਰਦਾ ਕਿ ਆ ਇੱਕ ਬਾਰ ਮੈਗਨੇਟ ਲੈ ਲਵਾਂ, ਇਸ ਬਾਰ ਮੈਗਨੇਟ ਦੇ ਨੀਅਰ ਬਾਏ ਮੈਂ ਇੱਕ ਕੰਪਸ ਰੱਖ ਲਵਾਂ। ਕੰਪਸ ਕਹਿੰਦੇ ਮੈਗਨੈਟਿਕ ਨੀਡਲ ਨੂੰ, ਠੀਕ ਹੈ। ਉਹਦੇ ਵੀ ਨਾਰਥ ਤੇ ਸਾਊਥ ਪੋਲ ਹੁੰਦੇ ਆ, ਤੇ ਜਦੋਂ ਮੈਂ ਕੰਪਸ ਇਹਦੇ ਨੀਅਰ ਬਾਏ ਰੱਖੀ, ਠੀਕ ਹੈ, ਨਾਰਥ ਪੋਲ ਦੇ ਨੀਅਰ ਬਾਏ ਜਦੋਂ ਮੈਂ ਨੀਡਲ ਰੱਖੀ ਜਿਹੜੀ ਫ੍ਰੀ ਮੂਵ ਕਰ ਸਕਦੀ, ਫ੍ਰੀ ਡਿਫਲੈਕਟ ਹੋ ਸਕਦੀ, ਤੇ ਮੈਂ ਆਬਜ਼ਰਵ ਕੀਤਾ ਉਹ ਨੀਡਲ ਕੁਝ ਇਸ ਵੇ ਨਾਲ ਅਰੇਂਜ ਹੋਈ। ਉਸ ਨੀਡਲ ਦਾ ਇਧਰਲੇ ਪਾਸੇ ਸਾਊਥ ਤੇ ਇਧਰਲੇ ਪਾਸੇ ਨਾਰਥ ਪੋਲ ਹੋਏਗਾ। ਮਤਲਬ ਨਾਰਥ ਨੇ ਸਾਊਥ ਨੂੰ ਅਟਰੈਕਟ ਕਰ ਲਿਆ, ਨਾਰਥ ਨੇ ਨਾਰਥ ਨੂੰ ਰਿਪੈਲ ਕਰ ਲਿਆ। ਉਸ ਤੋਂ ਬਾਅਦ ਮੈਂ ਕੀ ਕੀਤਾ, ਇੱਥੇ 2 ਡਾਟ ਲਾ ਦਾਂਗਾ। ਆ 2 ਡਾਟ ਲਾ ਕੇ ਮੈਂ ਇਥੋਂ ਨੀਡਲ ਚੁੱਕ ਲੈਣੀ ਤੇ ਨੀਡਲ ਇੱਥੇ ਰੱਖੀ ਅਗਲੀ ਪੋਜੀਸ਼ਨ ਤੇ। ਜਦੋਂ ਮੈਂ ਅੱਗੇ ਰੱਖੀ ਤੇ ਮੇਰੇ ਕੋਲ ਜਿਹੜੀ ਲਾਈਨ ਸੀਗੀ ਮੈਗਨੈਟਿਕ ਨੀਡਲ ਕੁਝ ਇਸ ਵੇ ਨਾਲ ਅਰੇਂਜ, ਇਸੇ ਵੇ ਨਾਲ ਮੈਂ ਫਿਰ ਪੁਆਇੰਟ ਮਾਰ ਕਰ ਲਏ, ਫਿਰ ਪੁਆਇੰਟ ਮਾਰ ਕਰ ਲਏ, ਕਰਦਾ ਗਿਆ ਅਲਟੀਮੇਟ ਉਹ ਸਾਰੇ ਪੁਆਇੰਟਸ ਨੂੰ ਜੇ ਮੈਂ ਜੁਆਇਨ ਕਰਾਂ, ਠੀਕ ਹੈ, ਤੇ ਕੁਝ ਇਸ ਵੇ ਨਾਲ ਮੇਰੇ ਕੋਲ ਮੈਗਨੇਟ ਦੇ ਅਰਾਊਂਡ ਮੈਗਨੈਟਿਕ ਨੀਡਲ ਦਾ ਪਾਥ ਬਣਿਆ। ਮੇਰੀ ਗੱਲ ਸਮਝ ਲੱਗੀ ਜੋ ਮੈਂ ਬੋਲਿਆ ਕਿ ਜਦੋਂ ਮੈਂ ਆ ਸਾਰੇ ਪਾਥ ਤੇ ਮੈਗਨੈਟਿਕ ਨੀਡਲ ਨੂੰ ਮੂਵ ਕਰਾਇਆ ਨਾ, ਤੇ ਮੈਗਨੇਟ ਦੇ ਅਰਾਊਂਡ ਮੈਗਨੈਟਿਕ ਨੀਡਲ ਕੁਝ ਇਸ ਰਸਤੇ ਤੇ ਮੂਵ ਕੀਤੀ ਆ। ਨਾਰਥ ਵੱਲੋਂ ਚੱਲਦੇ ਹੋਏ ਅਸੀਂ ਸਾਊਥ ਵੱਲ ਗਏ ਸੀਗੇ, ਤੇ ਇਸ ਵੇਲੇ ਇਹਦੇ ਅਰਾਊਂਡ ਕੁਝ ਇਸ ਵੇ ਨਾਲ ਜਿਹੜੀ ਮੈਗਨੇਟ ਦਾ ਪਾਥ ਬਣਿਆ ਵਾ, ਮੈਗਨੈਟਿਕ ਨੀਡਲ ਦਾ ਪਾਥ ਬਣਿਆ ਵਾ। ਕੀ ਆ ਗੱਲ ਸਮਝ ਆਈ? Yes, sir. Yes, sir. ਇਹ ਨਾ ਪੁੱਤ ਜਿਹੜਾ ਹੁਣ ਆ ਜੋ ਪੈਟਰਨ ਬਣਾਣੇ ਪਏ, ਜੇ ਇਹ ਪੁੱਛਿਆ ਜਾਵੇ ਕੀ ਚੀਜ਼ ਆ, ਤੇ ਅਸੀਂ ਇੱਕ ਵਰਡ ਕਹਿੰਦੇ these are the magnetic field lines which are to be drawn around a given magnet, and the magnetic field pattern around a magnet it just look like in the this one। ਜੇ ਮੈਗਨੇਟ ਦੇ ਅਰਾਊਂਡ ਮੈਂ ਦੇਖ ਸਕਦਾ, ਜੇ ਮੈਗਨੇਟ ਦੇ ਅਰਾਊਂਡ ਕੋਈ ਮੈਗਨੈਟਿਕ ਫੀਲਡ ਦਾ ਪੈਟਰਨ ਮੈਂ ਦੇਖ ਸਕਦਾ ਕਿਸੇ ਵੇ ਨਾਲ, ਤੇ ਮੈਨੂੰ ਕੁਝ ਇਦਾਂ ਦਾ ਪੈਟਰਨ ਉਹਦੇ ਅਰਾਊਂਡ ਦਿਖਦਾ, ਤੇ ਫਿਰ ਅਸੀਂ ਕਹਿੰਦੇ ਜੀ ਇਹ ਜਿਹੜਾ ਮੈਗਨੈਟਿਕ ਫੀਲਡ ਦੇ ਪੈਟਰਨ ਨੂੰ ਡਰਾ ਕਰਨ ਵਾਲੀਆਂ, ਦਿਖਾਲਣ ਵਾਲੀਆਂ ਲਾਈਨਾਂ ਡਰਾ ਕਰਦੇ ਆ, ਹਨਾ, ਇਹਨਾਂ ਲਾਈਨਸ ਨੂੰ ਅਸੀਂ ਨਾਮ ਦਿੰਦੇ ਹਾਂ ਮੈਗਨੈਟਿਕ ਫੀਲਡ ਲਾਈਨ। ਹੁਣ ਇਹਦੇ ਹੀ ਪੈਰਲਲ ਆਪਣੇ ਕੋਲ ਵਰਡ ਸਟੈਂਡ ਕਰੇਗਾ ਇੱਕ ਮੇਰੇ ਕੋਲ ਇੱਥੇ ਮੰਨ ਲਓ +Q ਕੂਲਮ ਚਾਰਜ ਪਿਆ ਵਾ, ਇਸ +Q ਕੂਲਮ ਚਾਰਜ ਦੇ ਨੀਅਰ ਬਾਏ ਮੈਂ ਇੱਥੇ ਇੱਕ -Q ਕੂਲਮ ਚਾਰਜ ਲੈ ਕੇ ਆਇਆ, ਠੀਕ ਹੈ ਨਾ। ਇਸ ਚਾਰਜ ਨੇ ਇਹਨੂੰ ਕੀ ਕਰਨਾ ਜੀ? Attract। ਜੇ ਪੋਜ਼ਿਟਿਵ ਹੋਊਗਾ ਤਾਂ ਰਿਪੈਲ ਕਰੂ। ਹੁਣ ਇਹਨੇ ਰਿਪੈਲ ਕੀਤਾ, ਹਨਾ, ਇਹਨੇ ਇਸ ਇੱਥੇ ਇੱਕ ਚਾਰਜ ਪਿਆ ਸੀ ਉਹਨੂੰ ਰਿਪੈਲ ਕੀਤਾ, ਹੋਰ ਕਿਸੇ ਨੂੰ ਰਿਪੈਲ ਅਟਰੈਕਟ ਕੀਤਾ। ਹੁਣ ਬਈ ਇਹਦਾ ਮਤਲਬ ਇਹ ਹੋਏਗਾ ਅਸੀਂ ਕਹਿੰਦੇ ਇਸ ਚਾਰਜ ਦੇ ਅਰਾਊਂਡ ਇੱਕ ਏਰੀਆ ਵਾ, ਇੱਕ ਸਪੇਸ ਆ, ਜਿੱਥੇ ਤੱਕ ਕੋਈ ਦੂਜਾ ਚਾਰਜ ਜੇਕਰ ਆ ਗਿਆ ਤੇ ਇਹ ਚਾਰਜ ਉਸ ਚਾਰਜ ਨੂੰ ਅਟਰੈਕਟ ਜਾਂ ਰਿਪੈਲ ਕਰਦਾ ਬੇਟੇ? Yes, sir. Yes, sir. Yes, sir. ਮਤਲਬ ਜਿੰਨੇ ਏਰੀਆ ਦੇ ਅੰਦਰ ਇਹ ਦੂਸਰੇ ਕਿਸੇ ਚਾਰਜ ਨੂੰ ਅਟਰੈਕਟ ਜਾਂ ਰਿਪੈਲ ਕਰਦਾ, ਹਨਾ, ਉਸ ਏਰੀਆ ਦੇ ਅੰਦਰ ਕਿਸੇ ਇੱਕ ਪੁਆਇੰਟ ਤੇ ਮੈਂ ਇਲੈਕਟ੍ਰਿਕ ਫੀਲਡ ਦੀ ਸਟਰੈਂਥ ਮੈਜ਼ਰ ਕਰਨੀ ਹੋਵੇ, ਤੇ ਉਹਦੇ ਲਈ ਉਸ ਸਟਰੈਂਥ ਨੂੰ ਮੈਜ਼ਰ ਕਰਨ ਲਈ ਅਸੀਂ ਚਾਰਜ ਦੇ ਅਰਾਊਂਡ ਕੁਝ ਲਾਈਨਾਂ ਡਰਾ ਕਰਦੇ ਹਾਂ, ਠੀਕ ਆ, ਜਿਹੜਾ ਮੈਨੂੰ ਦਿਖਾਉਂਦਾ ਕਿ ਚਾਰਜ ਦੇ ਅਰਾਊਂਡ ਕਿਸ ਟਾਈਪ ਦਾ ਇਲੈਕਟ੍ਰਿਕ ਫੀਲਡ ਹੋਏਗਾ। ਤੇ ਜਿਹੜੀਆਂ ਲਾਈਨਸ ਅਸੀਂ ਡਰਾ ਕਰਦੇ ਚਾਰਜ ਦੇ ਅਰਾਊਂਡ, ਅਸੀਂ ਕਹਿੰਦੇ ਜੀ ਇਹ ਪ੍ਰੈਕਟੀਕਲੀ ਐਗਜ਼ਿਸਟ ਨਹੀਂ ਕਰਦੀਆਂ, ਸਾਨੂੰ ਕਿਤੇ ਵੀ ਇਹ ਲਾਈਨਾਂ ਐਕਚੁਅਲ ਚ ਨਹੀਂ ਦਿਖਦੀਆਂ ਚਾਰਜ ਦੇ ਆਲੇ ਦੁਆਲੇ। ਆ ਮੇਰੇ ਕੋਲ ਇੱਕ ਮੰਨ ਲਓ ਕੋਈ ਬੋਡੀ ਗਿਵਨ ਆ ਮੇਰੇ ਕੋਲ ਇੱਕ ਚੌਕ ਬਾਕਸ ਗਿਵਨ ਆ, ਮੈਂ ਇੱਥੇ ਸਪਰੇ ਕਰਕੇ ਇਹਨੂੰ ਪੋਜ਼ਿਟਿਵਲੀ ਚਾਰਜ ਕਰ ਲਿਆ ਮੰਨ ਲਓ, ਤੇ ਪੁੱਤ ਮੈਨੂੰ ਇਹਦੇ ਉੱਤੇ ਪੋਜ਼ਿਟਿਵ ਚਾਰਜ ਕਰਕੇ ਇਹਦੇ ਕੋਲ ਦੂਜੀ ਪੋਜ਼ਿਟਿਵਲੀ ਚਾਰਜ ਪਲੇਟ ਲੈ ਕੇ ਆ ਰਿਹਾ, ਇਹ ਰਿਪੈਲ ਕਰਦੀ, ਅਟਰੈਕਟ ਕਰਦੀ, ਸਾਨੂੰ ਲੱਗਦਾ ਵਾ, ਫੀਲ ਹੋ ਰਿਹਾ, ਪਰ ਦਿਖਦੀਆਂ ਨਹੀਂ ਪਈਆਂ ਲਾਈਨਾਂ ਜਿਹੜੀਆਂ ਇਹਨਾਂ ਦੇ ਇਨ ਬਿਟਵੀਨ ਫੀਲਡ ਲਾਈਨਸ ਨੇ, ਉਹ ਸਾਨੂੰ ਦਿਖਦੀਆਂ ਤਾਂ ਨਹੀਂ। ਉਹਨਾਂ ਲਾਈਨਸ ਨੂੰ ਅਸੀਂ ਫਿਰ ਐਸ ਸੱਚ ਪਿਕਟੋਰੀਅਲ ਰਿਪਰੈਜ਼ੈਂਟੇਸ਼ਨ ਦੇਣ ਵਾਸਤੇ ਜਦੋਂ ਡਰਾ ਕਰਦੇ ਨਾ, ਤੇ ਉਹਨੂੰ ਅਸੀਂ ਨਾਮ ਦਿੰਨੇ ਕਿ these are the imaginary lines। ਹੁਣ ਡੈਫੀਨੇਸ਼ਨ ਧਿਆਨ ਨਾਲ ਸਮਝਿਓ, these are the imaginary lines which have to be drawn around a given charge particle,
ठीक है, which are to be drawn around a given charge particle which give the pictorial representation of the कहना जी electric field. इलैक्ट्रिक फील्ड दी पिक्टोरियल रिप्रेजेंटेशन देन वास्ते इलैक्ट्रिक लाइनां ਜਿਹੜੀਆਂ ਅਸੀਂ ਡਰਾ ਕਰਾਂਗੇ, ਜਿਹੜੀਆਂ ਲਾਈਨਾਂ ਅਸੀਂ ਚਾਰਜ ਬਾਡੀ ਦੇ ਅਰਾਊਂਡ ਡਰਾ ਕਰਾਂਗੇ, ਉਹਨਾਂ ਲਾਈਨਸ ਨੂੰ ਅਸੀਂ ਇਲੈਕਟ੍ਰਿਕ ਫੀਲਡ ਲਾਈਨਸ ਕਹਿੰਦੇ ਹਾਂ। ਦੂਜਾ ਵਰਡ ਇਹਦੇ ਵਿੱਚ ਇਹਦੀ ਡੈਫੀਨੇਸ਼ਨ ਨੂੰ ਬੋਲਣ ਦਾ ਇੱਕ ਹੋਰ ਮੈਥਡ ਹੈਗਾ, these are the line, these are the imaginary lines। imaginary मैं पहले ਦੱਸਦਾ ਕਿਉਂ ਕਹਿੰਦੇ ਪਏ, क्योंकि ਅਸੀਂ ਸਿਰਫ ਸਪੋਜ਼ ਕਰਦੇ ਪਏ ਕਿ ਇਦਾਂ ਦਾ ਕੁਝ ਪੈਟਰਨ ਹੋਏਗਾ। these are the imaginary lines, ठीक है जी, around a given these are the imaginary lines around a given charge particle along which a unit positive charge is free to move if it is to do so। मेरी इस डेफिनेशन ਨੂੰ ਸਮਝਿਓ ਜੋ ਮੈਂ ਬੋਲਿਆ ਵਾ ਕਿ ਵੀ ਜਿਹੜੀਆਂ ਇਮੇਜਿਨਰੀ ਲਾਈਨਸ ਤੁਸੀਂ ਚਾਰਜ ਦੇ ਅਰਾਊਂਡ ਡਿਵੈਲਪ ਕਰਦੇ ਹੋ ਹਨਾ, ਉਹਨਾਂ ਲਾਈਨਸ ਤੇ ਅਸੀਂ ਅਸਿਊਮ ਕਰਦੇ ਹਾਂ ਕਿ ਜੇ ਇੱਕ ਪੋਜ਼ਿਟਿਵ ਚਾਰਜ ਨੂੰ ਫ੍ਰੀ ਮੂਵ ਕਰਨ ਦੇ ਦਈਏ ਤੇ ਉਹ ਪੋਜ਼ਿਟਿਵ ਚਾਰਜ ਜਿਹੜੇ ਰਸਤੇ ਤੇ ਮੂਵ ਕਰਕੇ ਜਾਏਗਾ ਉਸ ਲਾਈਨ ਨੂੰ ਅਸੀਂ ਨਾਮ ਦੇਣਾ ਹੋਵੇ ਤੇ ਇਲੈਕਟ੍ਰਿਕ ਫੀਲਡ ਲਾਈਨ ਕਹਿੰਦੇ। ਇਫ ਇਟ ਇਜ਼ ਟੂ ਡੂ ਸੋ, ਇਫ ਇਟ ਇਜ਼ ਟੂ ਡੂ ਸੋ ਦਾ ਮਤਲਬ ਇਹ ਰਹੇਗਾ ਜੇ ਤੁਸੀਂ ਕੰਡੀਸ਼ਨਲ ਆ, ਜੇ ਤੁਸੀਂ ਚਾਰਜ ਨੂੰ ਮੂਵ ਕਰਨ ਦੇ ਦਿਓ, ਚਾਰਜ ਨੂੰ ਫਲੋ ਕਰਨ ਦੇ ਦਿਓ, ਇਦਾਂ ਕਿਉਂ ਲਾਈ ਕੰਡੀਸ਼ਨ ਤੇ ਉਹਦਾ ਕਾਰਨ ਆ ਵੀ ਆਰ ਡੀਲਿੰਗ ਵਿਦ ਦ ਇਲੈਕਟ੍ਰੋਸਟੈਟਿਕ। ਇਲੈਕਟ੍ਰੋਸਟੈਟਿਕ ਦੇ ਅੰਦਰ ਵੀ ਆਰ ਡੀਲਿੰਗ ਵਿਦ ਦ ਚਾਰਜ ਵਿਚ ਆਰ ਇਨ ਦਾ ਸਟੇਟ ਆਫ ਰੈਸਟ। ਬਟ ਇਸ ਡੈਫੀਨੇਸ਼ਨ ਦੇ ਅੰਦਰ ਅਸੀਂ ਵਰਡ ਬੋਲਿਆ ਕਿ ਜਿਹੜੀ ਲਾਈਨ ਤੇ ਚਾਰਜ ਮੂਵ ਕਰਦਾ, ਤੇ ਜੇ ਚਾਰਜ ਦਾ ਅਸੀਂ ਮੋਸ਼ਨ ਕੰਸੀਡਰ ਕਰਦੇ ਆ ਤੇ ਉਹ ਮੇਰੇ ਕੋਲ ਐਸ ਸੱਚ ਕਹਿੰਦਾ ਜੀ ਇਲੈਕਟ੍ਰੋਸਟੈਟਿਕ ਦੀ ਕੰਡੀਸ਼ਨ ਨਹੀਂ ਰਹਿ ਜਾਂਦੀ। ਇਸ ਕਰਕੇ ਅਸੀਂ ਇਹ ਕਹਿੰਦੇ ਪਏ these are the straight line or the curved line along which, ठीक है जी, a unit positive charge is free to move if it is to do so, then those lines are called as the electric field line। ਹੁਣ ਇਹ electric field line ਦੀ shape ਕਿੱਦਾਂ ਹੋਏਗੀ, ਕਹਿੰਦਾ ਜੀ ਉਹ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਐਸਾ ਚ ਕਹਿੰਦਾ ਜੀ ਜਿਹੜੀ ਚਾਰਜ ਬਾਡੀ ਕਿੱਦਾਂ ਦੀ ਆ। ਜੇ ਬੱਚੇ ਮੇਰੇ ਕੋਲ ਇੱਕ ਚਾਰਜ ਬਾਡੀ ਆ ਕੋਈ ਸ਼ੀਟ ਦੀ ਫਾਰਮ ਚ ਹੋਵੇ, ठीक है, जे मेरे को चार्ज बॉडी किसी शीट दी फॉर्म च होवे, यानी तुहाडे बॉडी ते चार्ज जेड़ा वो असी डिस्ट्रीब्यूट कीता होया आ शीट दी फॉर्म च। मैंने एग्जांपलीफाई इदा कर देना, आ मान लो पुत्र मेरे को एक पेज आ, मैं इनो सारे नु पॉजिटिवली चार्ज करके रखया होया, इते मैं पॉजिटिव चार्ज स्प्रे कीता होया और इहदे नियर बाय मैं इथे एक टेस्ट चार्ज रखया। टेस्ट चार्ज हमेशा ही केड़ा वा मेरा पॉजिटिव यूनिट पॉजिटिव चार्ज। ਹੁਣ ਇੱਧਰ ਰੱਖਾਂ ਮੈਂ ਟੈਸਟ ਚਾਰਜ ਜਾਂ ਇੱਥੇ ਕਿਤੇ ਰੱਖਾਂ ਨਾ, ਤੇ ਆਹ ਸ਼ੀਟ ਤੇ ਜਿਹੜੇ ਪੋਜ਼ਿਟਿਵ ਚਾਰਜ ਆ ਉਹ ਇਸ ਟੈਸਟ ਚਾਰਜ ਨੂੰ ਕੀ ਕਰੂਗੇ, रिपेल। ਤੇ ਜੇ ਇਹਨੇ ਰਿਪੈਲ ਕਰਨਾ ਵਾ, ਜੇ ਇਹਨੇ ਰਿਪੈਲ ਕਰਨਾ, ਇਹਦਾ ਮਤਲਬ ਟੈਸਟ ਚਾਰਜ ਆ ਪੋਜੀਸ਼ਨ ਤੇ ਹੋਵੇ, ਇਸ ਪੋਜੀਸ਼ਨ ਤੇ, ਇਸ ਪੋਜੀਸ਼ਨ ਤੇ, ਇੱਥੇ ਇੱਥੇ ਕਿਤੇ ਵੀ ਰੱਖ ਦਵਾਂ, ਤੇ ਇਹਦਾ ਮਤਲਬ ਆ ਇਸ ਚਾਰਜ ਤੋਂ ਇਲੈਕਟ੍ਰਿਕ ਫੀਲਡ ਲਾਈਨ ਇਸ ਵੇ ਨਾਲ ਆਊਟਵਰਡ ਨਿਕਲਣਗੀਆਂ, ਕੁਝ ਇਸ ਵੇ ਨਾਲ ਇਲੈਕਟ੍ਰਿਕ ਫੀਲਡ ਲਾਈਨਾਂ ਇਹਦੇ ਅਰਾਊਂਡ ਬਣਨਗੀਆਂ ਬੇਟੇ। Yes, sir. यस सर। यस सर। ਇਹਦੀ ਥਾਂ ਦੇ ਉੱਤੇ, ਜੇ ਇਹਦੀ ਥਾਂ ਦੇ ਉੱਤੇ ਆਪਾਂ ਇਹ ਕਹਿ ਦਈਏ ਮੇਰੇ ਕੋਲ ਇੱਕ ਸਿੰਗਲ ਚਾਰਜ ਆ, ਯਾਨੀ ਜੇ ਮੇਰੇ ਕੋਲ ਇੱਥੇ ਕੱਲਾ ਇੱਕ ਪਲੱਸ ਕਿਊ ਕੂਲਮ ਚਾਰਜ ਪਿਆ ਵਾ, ਸਿੰਗਲ ਚਾਰਜ ਆ, ਤੇ ਪੁੱਤ ਇਸ ਚਾਰਜ ਤੋਂ ਮੈਂ ਇਹਦੇ ਇਸ ਡਾਇਰੈਕਸ਼ਨ ਦੇ ਅੰਦਰ ਟੈਸਟ ਚਾਰਜ ਇੱਥੇ ਰੱਖ ਦਵਾਂ, ਇਹਦੇ ਤੋਂ ਮੈਂ ਕੁਝ ਡਿਸਟੈਂਸ ਇੱਥੇ ਟੈਸਟ ਚਾਰਜ ਰੱਖ ਦਵਾਂ, ਆ ਪੋਜੀਸ਼ਨ ਤੇ ਟੈਸਟ ਚਾਰਜ ਰੱਖ ਦਵਾਂ, ਇੱਥੇ ਰੱਖ ਦਵਾਂ, ਕਿਉਂਕਿ ਟੈਸਟ ਚਾਰਜ ਹਰ ਵੇਲੇ ਪੋਜ਼ਿਟਿਵ ਆ, ਟੈਸਟ ਚਾਰਜ ਹਮੇਸ਼ਾ ਹੀ ਪੋਜ਼ਿਟਿਵ ਆ, ਇਸ ਲਈ ਇਸ ਪੋਜ਼ਿਟਿਵ ਸੋਰਸ ਚਾਰਜ ਤੋਂ ਨਿਕਲਣ ਵਾਲੀਆਂ ਇਲੈਕਟ੍ਰਿਕ ਲਾਈਨਾਂ ਜਿਹੜੀਆਂ ਉਹ ਆਊਟਵਰਡ ਡਾਇਰੈਕਸ਼ਨ ਚ ਹੋਣਗੀਆਂ। यस सर। ਹੈਨਾ, ਤੇ ਜੇ ਮੇਰੇ ਕੋਲ ਇਸ ਥਾਂ ਦੇ ਉੱਤੇ ਜਿਹੜਾ ਮੇਰਾ ਸੋਰਸ ਚਾਰਜ, ਟੈਸਟ ਚਾਰਜ ਹਮੇਸ਼ਾ ਪੋਜ਼ਿਟਿਵ ਆ, ਉਹਨੂੰ ਨਹੀਂ ਬਦਲਾਂਗੇ, ਹਾਂ, ਪਰ ਜੇ ਮੇਰਾ ਸੋਰਸ ਚਾਰਜ ਜਿਹੜਾ ਵਾ ਉਹ ਨੈਗੇਟਿਵ ਹੋਵੇ, ਠੀਕ ਹੈ ਜੀ, ਤੇ ਇੱਥੇ ਮੇਰਾ ਟੈਸਟ ਚਾਰਜ ਪਿਆ, ਟੈਸਟ ਚਾਰਜ ਮੇਰਾ ਪੋਜ਼ਿਟਿਵ ਹੀ ਰਹਿਣਾ, ਤੇ ਇਸ ਨੈਗੇਟਿਵ ਚਾਰਜ ਨੇ ਉਸ ਨੂੰ ਆਪਣੇ ਵੱਲ ਅਟਰੈਕਟ ਕਰਨਾ। यस सर। यस सर। ਇਸ ਲਈ ਅਸੀਂ ਜਦੋਂ ਇਲੈਕਟ੍ਰਿਕ ਫੀਲਡ ਲਾਈਨਾਂ ਡਰਾ ਕਰਾਂਗੇ ਨਾ, ਅਸੀਂ ਜਦੋਂ ਇਲੈਕਟ੍ਰਿਕ ਲਾਈਨਾਂ ਡਰਾ ਕਰਾਂਗੇ ਤਾਂ ਅਸੀਂ ਹਮੇਸ਼ਾ ਆ ਲੈ ਕੇ ਚੱਲਾਂਗੇ ਕਿ ਜੇ ਮੇਰੇ ਕੋਲ ਕੋਈ ਪੋਜ਼ਿਟਿਵ ਚਾਰਜ ਆ,
ਠੀਕ ਹੈ ਜੀ। ਜੇ ਮੇਰੇ ਕੋਲ ਕੋਈ ਪੋਜ਼ਿਟਿਵ ਚਾਰਜ ਆ, ਉਤੋਂ ਇਲੈਕਟ੍ਰਿਕ ਲਾਈਨਾਂ ਜਿਹੜੀਆਂ ਨੇ ਉਹ ਆਊਟਵਰਡ ਡਰਾ ਕਰਦੇ ਜਾਵੋ। ਠੀਕ ਹੈ ਜੀ, ਇਹਦੇ ਤੋਂ ਇਲੈਕਟ੍ਰਿਕ ਲਾਈਨਾਂ ਆਊਟਵਰਡ ਡਰਾ ਕਰ ਦਿਓ। ਇਸ ਥਾਂ ਤੇ ਇਹਦਾ ਮਤਲਬ ਜਿਹੜਾ ਚਾਰਜ ਆ ਉਹ ਪਲੱਸ ਕਿਊ ਕੋਲਮ ਆ। ਫਿਰ ਇਲੈਕਟ੍ਰਿਕ ਲਾਈਨਾਂ ਆਊਟਵਰਡ ਡਰਾ ਕਰਾਂਗਾ। ਤੇ ਜੇ ਮੇਰੇ ਕੋਲ ਐਸ ਸੱਚ ਜਿਹੜਾ ਇੱਥੇ ਚਾਰਜ ਆ ਉਹ ਨੈਗੇਟਿਵ ਹੋਇਆ, ਠੀਕ ਹੈ, ਜੇ ਚਾਰਜ ਮੇਰੇ ਕੋਲ ਨੈਗੇਟਿਵ ਹੋਇਆ ਤੇ ਇਹੀ ਇਲੈਕਟ੍ਰਿਕ ਲਾਈਨਾਂ ਜਿਹੜੀਆਂ ਨੇ ਹਮੇਸ਼ਾ ਮੇਰੇ ਕੋਲ ਇਨਵਰਡ ਹੋਣਗੀਆਂ। ਯਾਨੀ ਇਹਨਾਂ ਸਾਰਿਆਂ ਦੇ ਐਰੋ ਪਾਵਾਂ ਤੇ ਇਹ ਲਾਈਨਸ ਮੇਰੇ ਕੋਲ ਜਿਹੜੀਆਂ ਨੇ ਉਹ ਇਨਵਰਡ ਡਾਇਰੈਕਸ਼ਨ ਚ ਹੋਣਗੀਆਂ, ਕਿਉਂਕਿ ਇੱਥੇ ਰੱਖਿਆ ਚਾਰਜ ਮੇਰਾ ਮਾਈਨਸ ਕਿਊ ਹੈਗਾ। ਕਿਆ ਆ ਕਲੀਅਰ ਆ? Yes, sir. Yes, sir. ਉਹ